ਬਡਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ। ਤੁਧ ਆਪੇ ਕਾਰਣ ਆਪੇ ਕਰਣਾ, ਹੁਕਮੇ ਜੰਮਣਾ ਹੁਕਮੇ ਮਰਣਾ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੀ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਯਾਮੀ ਭਗਤ ਵਛਲ ਪਤਿਤ ਪਾਵਨ, ਤੁਮ ਮਿਹਰਬਾਨ ਦਾਸ ਹਮ ਦੀਨਾ। ਮਿਹਰਬਾਨ ਜਗਤ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ, ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਜੇਠ ਦੀ ਸਕਰਾਂਤ ਦਾ ਦਿਨ ਜਾਣਦਿਆਂ ਗੁਰੂ ਚਰਨਾਂ ਵਿੱਚ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਨਤਮਸਤਕ ਹੋ ਰਹੇ ਹੋ। ਗੁਰਦੇਵ ਦੀ ਧੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਗੁਰਦੇਵ ਨੇ ਬਖਸ਼ਿਸ਼ ਕੀਤੇ ਹਨ। ਗੁਰੂ ਚਰਨਾਂ ਦਾ ਆਸਰਾ ਲੈ ਕੇ ਵਿਚਾਰੀਏ। ਮੁਖਵਾਕ ਦੀ ਵਿਚਾਰ ਤੋਂ ਉਪਰੰਤ ਜੇਠ ਦੇ ਮਹੀਨੇ ਦੀ ਸਕਰਾਂਤ ਦੁਆਰਾ ਜੇਠ ਦੇ ਮਹੀਨੇ ਦੁਆਰਾ ਜੋ ਉਪਦੇਸ਼ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਹ ਵੀ ਵਿਚਾਰਾਂਗੇ ਗੁਰੂ ਸਾਹਿਬ ਦੀ ਦਇਆ ਨਾਲ। ਗੁਰਬਾਣੀ ਦੀ ਵਿਚਾਰ ਇਹ ਬ੍ਰਹਮ ਦੀ ਵਿਚਾਰ ਹੈ। ਇੱਕ ਗੱਲ ਹਿਰਦੇ ਵਿੱਚ ਸੁਨਿਸ਼ਚਿਤ ਕਰਨੀ ਚਾਹੀਏ ਕਿ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਤਾਂ ਮਨ 'ਚ ਇਹ ਭਾਵ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਵਿਚਾਰ ਬ੍ਰਹਮ ਦੀ ਵਿਚਾਰ ਹੈ, ਪਰਮੇਸ਼ਰ ਦੀ ਵਿਚਾਰ ਹੈ। ਔਰ ਇਹ ਉਹ ਵਿਚਾਰ ਹੈ ਜਿਸ ਵਿਚਾਰ ਨਾਲ ਸਾਡੇ ਹਿਰਦੇ ਵਿੱਚ ਉੱਠਣ ਵਾਲੀਆਂ ਜਿਹੜੀਆਂ ਮਲੀਨ ਵਿਚਾਰਾਂ ਨੇ, ਮਲਨ, ਉਹਨਾਂ ਵਿਚਾਰਾਂ ਨੂੰ ਗੁਰਬਾਣੀ ਦੀ ਵਿਚਾਰ ਸ਼ਾਂਤ ਕਰਦੀ ਹੈ। ਪਾਤਸ਼ਾਹ ਦੇ ਵਚਨ ਨੇ ਵਿਚਾਰ ਮਾਰੈ ਕਰੈ ਤਾਰੈ ਉਲਟ ਜੋਨ ਨਾ ਆਵੈ। ਗੁਰਬਾਣੀ ਦੀ ਵਿਚਾਰ ਨਾਲ ਆਪਣੇ ਅੰਦਰ ਦੀਆਂ ਜਿਹੜੀਆਂ ਉੱਠਣ ਵਾਲੀਆਂ ਮਾੜੀਆਂ ਭੈੜੀਆਂ ਵਿਚਾਰਾਂ ਨੇ ਉਹਨਾਂ ਨੂੰ ਮਾਰਨਾ ਹੈ।
ਮਲਨ ਵਿਚਾਰਾਂ। ਅੰਤਸ਼ਕਰਨ ਮਲੀਨ ਹੈ, ਇਹਦਾ ਬੋਧ ਕਦੋਂ ਹੁੰਦਾ ਹੈ? ਕਿਵੇਂ ਪਤਾ ਲੱਗੇ ਕਿ ਸਾਡਾ ਮਨ ਮੈਲਾ ਹੈ? ਤਾਂ ਇਹਦੀਆਂ ਕਈ ਨਿਸ਼ਾਨੀਆਂ ਮਹਾਂਪੁਰਸ਼ ਮਹਾਤਮਾ ਦੱਸਦੇ ਨੇ। ਮਲੀਨ ਮਨ ਹੈ, ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਜਦੋਂ ਬਾਣੀ ਪੜ੍ਹਨ ਲੱਗੋ, ਜਦੋਂ ਸੰਗਤ ਕਰਨ ਲੱਗੋ, ਜਦੋਂ ਕਥਾ ਸੁਣਨ ਲੱਗੋ, ਇਹ ਮਨ ਇੱਕ ਜਗ੍ਹਾ ਤੇ ਇਕਾਗਰ ਨਾ ਹੋਵੇ, ਸੱਜੇ ਖੱਬੇ ਭੱਜੇ, ਕਈ ਤਰ੍ਹਾਂ ਦੇ ਫੁਰਨੇ ਕਰੇ, तो समझ लेना कि मन मलीन है, मन मैला है। ये निशानी है मन मैले की। दूसरी निशानी है इस मलन मन की कि साडा अंतशकरण मलीन है, मैला है। किवें जाणीए? जदों किसी दूसरे की प्रभता वेखीए, दूसरे की वडियाई वेखीए, ते दूसरे की प्रभता ते वडियाई वेख के साडे मन विच ईरखा पैदा होण लग पवे, तो समझ लेना मन मैला है, हिरदा मैला है। किसी दूसरे का ऐश्वर्य, किसी दूसरे का सुख वेख के मन विच ईरखा पैदा हो जानी मलन मन की निशानी है। पराई वस्तु, पराया तन, पराया धन वेख के इस मन च संकल्प पैदा हो जाए कि मेरा होना चाहिए, ये मलन मन की निशानी है, मैले मन की निशानी है। कोई भी माड़ा फुरना, किसी की निंदा करन जां चुगली करन दा फुरना पैदा होवे, तो समझ लेना मलीन मन की निशानी है। ये पैमाना है जिस पैमाने विच जानिया जा सकता है कि यह मन मैला है कि शुद्ध। हुण शुद्ध हो रहा है, उहदे बारे किवें समझिए कि मलन मन शुद्ध हो रहा है, इहदी मैल धुप रही है, उहदा ज्ञान किवें होवे? जदों इस मन विच कदे शुभ फुरना पैदा होवे कि मैं हुण गुरबाणी पढ़ लवां, साधना कर लवां, कथा सुन लवां, कीर्तन सुन लवां, कोई भला कर्म कर लवां, सेवा कर लवां, जदों ये चंगे फुरने हिरदे च उत्पन्न होण लग पैण, तो समझ लेना चाहिए कि मन शुद्ध हो रहा है, इहदी मैल धुप रही है। मलीन विचारां नूं शांत करन वास्ते गुरबाणी दी विचार अति जरूरी है। मलन विचारां, मंद विचारां शांत हो जाण। जदों मंद विचारां शांत हुंदियां ने तां महाराज जी कहंदे आ फिर वो अपने मन नूं मार लैंदे आ। विचार मारै तरै तारै, आप भी तर जांदे, दूजिआं नूं भी तारण दे समर्थ हो जांदे। उल्ट जोन ना आवे। गुरबाणी दी विचार दा एडा वड्डा प्रताप है कि जिहड़ा गुरबाणी नूं ब्रह्म नूं विचारदा है, विचार दे मुताबक अपने जीवन नूं ढालदा है, वो मुड़ के जोनियां विच नहीं आउंदा, जन्म मरण दे चक्करां विच नहीं आउंदा। साडे वड्डे भाग हन कि सानू गुरबाणी पढ़न, सुनन ते विचारण दा समा प्राप्त हो रहा है। मन विरतियां एकागर करिए। पंजवें पातशाह धन गुरु अर्जन देव साहब जी दे पवित्र चरनां विच अपनियां हाजरियां लवाउंदियां रसना नूं पवित्र करदिआं आखो जी सतनाम श्री वाहेगुरु साहिब जी। सतनाम श्री वाहेगुरु साहिब जी। बड़हंस महला पंजवा। तू जाना एह ता कोई जाना। वडहंस राग है, विरागमयी राग है। पंजवें पातशाह दा शहीदी दिहाड़ा आ रहा है 3 जून।
ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ ਕਿ ਜਿਸ ਵਕਤ ਰਾਵੀ ਦਰਿਆ ਦੇ ਕੰਢੇ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ, ਬਾਬਾ ਬਿਧੀ ਚੰਦ ਭਾਈ ਜੇਠਾ ਪੈੜਾ ਲੰਗਾਹ ਜੀ ਵਰਗੇ ਗੁਰਮੁਖ ਗੁਰਸਿੱਖ ਤੇ ਲਾਹੌਰ ਸ਼ਹਿਰ ਦੇ ਕੁਝ ਸਿੱਖ ਮਹਾਰਾਜ ਜੀ ਦੇ ਪਾਸ ਬੈਠੇ ਸਨ ਕਿ ਇਤਨੇ ਨੂੰ ਦੋ ਰਬਾਬੀ ਸਿੱਖ ਆਏ। ਪਤਾ ਲੱਗਾ ਕਿ ਪੰਜਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਨੇ, ਤਾਂ ਉੱਥੇ ਹੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਉਹਨਾਂ ਰਬਾਬੀਆਂ ਨੇ ਵਡਹੰਸ ਰਾਗ ਵਿੱਚ ਕੀਰਤਨ ਗਾਇਨ ਕੀਤਾ। ਕਿਉਂਕਿ ਵਡਹੰਸ ਰਾਗ ਵੈਰਾਗਮਈ ਰਾਗ ਹੈ। ਜਦੋਂ ਵੈਰਾਗ ਦਾ ਮਾਹੌਲ ਹੋਵੇ ਉਦੋਂ ਵਡਹੰਸ ਰਾਗ ਗਾਇਨ ਕੀਤਾ ਜਾਂਦਾ ਹੈ। ਵੈਰਾਗ ਤੋਂ ਬਿਨਾਂ ਪਰਮਾਰਥ ਦੇ ਰਸਤੇ ਤੇ ਟੁਰਿਆ ਨਹੀਂ ਜਾ ਸਕਦਾ, ਚੱਲਿਆ ਨਹੀਂ ਜਾ ਸਕਦਾ। ਪ੍ਰਭੂ ਦੇ ਦਰਸ਼ਨਾਂ ਦੀ ਸਿੱਖ ਤਦੇ ਜਾਗੇਗੀ ਜੇ ਮਨ 'ਚ ਵੈਰਾਗ ਹੋਵੇਗਾ। ਬਿਨਾਂ ਵੈਰਾਗ ਤੋਂ ਪਰਮਾਰਥ ਦੇ ਪੰਧ ਹੀ ਨਹੀਂ ਬਣਿਆ ਜਾ ਸਕਦਾ। ਵੈਰਾਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਨੇਤਰਾਂ ਵਿੱਚੋਂ ਪਾਣੀ ਚੱਲੇ, ਉਸੇ ਨੂੰ ਵੈਰਾਗ। ਹਾਂ, ਵੈਰਾਗ ਦਾ ਇੱਕ ਹਿੱਸਾ ਹੈ ਕਿ ਨੇਤਰ ਸਜਲ ਹੁੰਦੇ ਨੇ। ਵੈਰਾਗ ਦਾ ਮਤਲਬ ਹੁੰਦਾ ਜਦੋਂ ਤੁਹਾਡੇ ਹਿਰਦੇ 'ਚ ਕੋਈ ਖਵਾਹਿਸ਼, ਕੋਈ ਕਾਮਨਾ ਨਾ ਰਹੇ, ਉਹਨੂੰ ਕਹਿੰਦੇ ਨੇ ਵੈਰਾਗ। ਧਰਮ ਗ੍ਰੰਥਾਂ ਵਿੱਚ ਇਹਦੇ ਬਾਰੇ ਇਸ ਤਰ੍ਹਾਂ ਕਹਿੰਦੇ ਨੇ ਕਿ ਵੈਰਾਗ ਦੀ ਪਰਿਭਾਸ਼ਾ ਕੀ ਹੈ, ਇਹਨੂੰ ਸਮਝਣਾ ਹੋਵੇ ਕਿਵੇਂ ਸਮਝੀਏ। ਉਹ ਕਹਿੰਦੇ ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਵਿਸ਼ਟ ਸਮ ਜਾਨ, ਇਹਨੂੰ ਵੈਰਾਗ ਕਹਿੰਦੇ ਆ। ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਤਨੇ ਸੁਖ ਨੇ, ਜਿਤਨੇ ਪਦਾਰਥ ਨੇ, ਜਿਤਨੇ ਭੋਗ ਨੇ, ਉਹਨਾਂ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ। ਕਾਂ ਗੰਦ ਖਾਂਦਾ, ਹੁਣ ਕਾਂ ਦੀ ਵਿਸ਼ਟਾ, ਕਾਂ ਦੀ ਵਿੱਠ ਕਿਤਨੀ ਗੰਦੀ ਹੁੰਦੀ ਹੈ। ਕਹਿੰਦੇ ਏਦਾਂ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਦੇ ਜਿਤਨੇ ਸੁੱਖ ਨੇ ਉਹਨਾਂ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ। ਇਹਨੂੰ ਕਹਿੰਦੇ ਆ ਵੈਰਾਗ, ਪਰਮ ਵੈਰਾਗ। ਪਰਮ ਵੈਰਾਗ ਜਿਹੜਾ ਹੈ ਇਸੇ ਨੂੰ ਕਿਹਾ ਜਾਂਦਾ ਹੈ ਜਦੋਂ ਤੁਹਾਡੇ ਹਿਰਦੇ 'ਚ ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਕੋਈ ਖਵਾਹਿਸ਼ ਨਾ ਰਹੇ, ਉਹਨੂੰ ਕਹਿੰਦੇ ਨੇ ਵੈਰਾਗ। ਗੁਰਦੇਵ ਨੇ ਵਡਹੰਸ ਰਾਗ ਗਾਇਆ ਕਿ ਗੁਰਸਿੱਖ ਦੇ ਹਿਰਦੇ 'ਚ ਵੈਰਾਗ ਪੈਦਾ ਹੋਵੇ। ਉਦਾਸੀ ਵਾਲਾ ਵੈਰਾਗ ਨਹੀਂ, ਇਹ ਵੈਰਾਗ ਖੇੜੇ ਵਾਲਾ ਵੈਰਾਗ ਹੈ। ਇੱਕ ਵੈਰਾਗ ਹੁੰਦਾ ਜਦੋਂ ਹਿਰਦੇ 'ਚ ਨਮੋਸ਼ੀ ਜੀ ਆ ਜਾਏ, ਮੇਰਾ ਤਾਂ ਕੋਈ ਨਹੀਂ। ਮਨ ਵਿੱਚ ਇਦਾਂ ਦਾ ਉਦਾਸੀ ਦਾ ਭਾਵ ਬਣ ਜਾਏ। ਗੁਰਮਤਿ ਦਾ ਵੈਰਾਗ ਖੇੜੇ ਦਾ ਵੈਰਾਗ ਹੈ ਕਿ ਕਿਸੇ ਪਦਾਰਥ ਦੀ ਚਾਹਨਾ ਨਹੀਂ, ਪਰ ਮਨ 'ਚ ਭਾਵਨਾ ਹੈ ਕਿ ਮੇਰਾ ਸੁਆਮੀ ਹਰ ਵੇਲੇ ਮੇਰੇ ਨਾਲ ਹੈ, ਹਰ ਵੇਲੇ ਮੇਰੇ ਅੰਗ ਸੰਗ ਹੈ। ਗੁਰਮਤਿ ਦਾ ਵੈਰਾਗ ਘਰ ਨਹੀਂ ਛਡਾਉਂਦਾ। ਦੁਨੀਆ ਵਿੱਚ ਜਿਹੜੇ ਵੈਰਾਗੀ ਲੋਕ ਪਹਿਲੇ ਹੋਏ ਉਹਨਾਂ ਘਰ ਛੱਡ ਦਿੱਤਾ, ਰਾਜਿਆਂ ਨੇ ਰਾਜ ਭਾਗ ਛੱਡ ਦਿੱਤੇ, ਘਰ-ਬਾਰ ਤਿਆਗ ਕੇ ਚਲੇ ਗਏ। ਗੁਰਮਤਿ ਦਾ ਵੈਰਾਗ ਘਰ ਨਹੀਂ ਛਡਾਉਂਦਾ, ਪਰਿਵਾਰ ਨਹੀਂ ਛਡਾਉਂਦਾ। ਗੁਰਮਤਿ ਦਾ ਵੈਰਾਗ ਉਹਨਾਂ ਦੀ ਮਮਤਾ ਛਡਾ ਦਿੰਦਾ, ਉਹਨਾਂ ਦਾ ਮੋਹ ਛਡਾ ਦਿੰਦਾ। ਵਡਹੰਸ ਰਾਗ ਵੈਰਾਗਮਈ ਰਾਗ ਹੈ। ਵੈਰਾਗ ਦੇ ਸਮੇਂ ਰਾਗੀ ਸਿੰਘ ਵਡਹੰਸ ਰਾਗ ਨੂੰ ਗਾਇਨ ਕਰਦੇ ਹਨ। ਪਿਆਰਾ ਰਾਗ ਹੈ। ਵਡਹੰਸ ਰਾਗ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ, ਮਹੱਲਾ ਪੰਜਵਾਂ। ਇੱਥੇ ਮੰਮਾ ਅੱਖਰ ਲਿਖ ਕੇ ਅੱਗੇ ਦੋ ਬਿੰਦੂ ਪਾਏ ਨੇ। ਹਾਹਾ ਤੇ ਲੱਲੇ ਨੂੰ ਕੰਨਾ ਅੱਗੇ ਲਿਖਿਆ ਹੋਇਆ ਨਹੀਂ ਆਇਆ, ਪਰ ਆਪਾਂ ਫਿਰ ਵੀ ਕਹਿ ਰਹੇ ਹਾਂ ਮਹੱਲਾ ਪੰਜਵਾਂ।
ਜਿਹੜੇ ਦੋ ਬਿੰਦੂ ਪਾਏ ਹੋਏ ਨੇ ਮੰਮੇ ਅੱਖਰ ਦੇ ਅੱਗੇ, ਉਹ ਹਾਹਾ ਤੇ ਲੱਲਾ ਦੋਨਾਂ ਦਾ ਵਾਚਕ ਨੇ ਕਿ ਭਾਈ ਇਹਨੂੰ ਮਹੱਲਾ ਉਚਾਰਨ ਕਰਨਾ, ਇਹ ਸੰਕੇਤ ਦਿੱਤਾ। ਇਹ ਗੁਰਬਾਣੀ ਦੀ ਨਿਯਮਾਵਲੀ ਵੀ ਹੈ। ਤੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ, ਤੂੰ ਜਾਣਾਹੇ ਤਾਂ ਕੋਈ ਜਾਣੈ, ਤੂੰ ਜਾਣਾਹੇ ਤਾਂ ਕੋਈ ਜਾਣੈ, ਤੂੰ ਜਣਾਉਂਦਾ ਹੈ ਤਾਂ ਕੋਈ ਜਾਣਦਾ। ਜੇ ਤੂੰ ਜਣਾਏ ਹੀ ਨਾ ਤੇ ਕਿਵੇਂ ਕੋਈ ਜਾਣੇ, ਜੇ ਤੂੰ ਬੁਝਾਏ ਹੀ ਨਾ ਤੇ ਕਿਵੇਂ ਕੋਈ ਬੁੱਝੇ। ਕੀ ਤਾਕਤ ਹੈ ਕਿਸੇ ਦੀ ਕਿ ਤੈਨੂੰ ਜਾਣ ਸਕੇ। हे प्रभु, हे बालक, हे गोविंद, हे ईश्वर, ਤੈਨੂੰ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਤੂੰ ਆਪਣਾ ਆਪ ਜਣਾ ਦਿੰਦਾ ਕਿ ਮੈਂ ਹਾਂ। ਬਹੁਤਿਆਂ ਨੂੰ ਤਾਂ ਤੂੰ ਇਹੀ ਜਣਾਇਆ ਹੋਇਆ ਵੀ ਮੈਂ ਹਾਂ ਹੀ ਨਹੀਂ। ਉਹ ਇਹੀ ਕਹਿੰਦੇ ਆ ਜੀ ਰੱਬ ਤਾਂ ਹੁੰਦਾ ਹੀ ਨਹੀਂ, ਪਰਮੇਸ਼ਰ ਤਾਂ ਹੁੰਦਾ ਹੀ ਨਹੀਂ, ਇਹ ਤਾਂ ਗੱਲਾਂ ਨੇ। ਜਿਨ੍ਹਾਂ ਨੂੰ ਨਹੀਂ ਜਣਾਇਆ, ਜਿਨ੍ਹਾਂ ਨੂੰ ਨਹੀਂ ਬੁਝਾਇਆ, ਉਹ ਇਹੀ ਆਖਦੇ ਨੇ। ਜਿਨ੍ਹਾਂ ਨੂੰ ਬੁਝਾ ਦਿੱਤਾ, ਜਣਾ ਦਿੱਤਾ, ਉਹਨਾਂ ਨੇ ਜਾਣ ਲਿਆ ਕਿ ਤੂੰ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਤੂੰ ਰਹੇਗਾ। ਜਿਨ੍ਹਾਂ ਨੂੰ ਜਣਾਇਆ ਉਹਨਾਂ ਨੇ ਜਾਣ ਲਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਜਨਮਿਆ ਪ੍ਰਿਥੀ ਚੰਦ। ਬਾਬਾ ਮਹਾਦੇਵ ਵੀ ਜਾਣਦੇ ਨੇ, ਸਾਡੇ ਪਿਤਾ ਗੁਰਦੇਵ ਨੇ। ਗੁਰੂ ਅਰਜਨ ਦੇਵ ਸਾਹਿਬ ਵੀ ਜਾਣਦੇ ਨੇ, ਮੇਰੇ ਪਿਤਾ ਦੀਨ ਦੁਨੀਆ ਦੇ ਮਾਲਕ ਨੇ। ਘਰ ਵਿੱਚ ਜਨਮਿਆ ਵੱਡਾ ਪੁੱਤਰ ਹੈ ਪ੍ਰਿਥੀ ਚੰਦ। ਉਹਨੂੰ ਗੁਰੂ ਰਾਮਦਾਸ ਸਾਹਿਬ ਨੇ ਆਪਣਾ ਆਪ ਨਹੀਂ ਜਣਾਇਆ, ਸਗੋਂ ਮਹਾਰਾਜ ਜੀ ਨਾਲ ਆ ਕੇ ਝਗੜਦਾ ਹੈ। ਜਦੋਂ ਝਗੜਦਾ ਹੈ ਤੇ ਪਾਤਸ਼ਾਹ ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ। हे ਪੁੱਤਰ, ਪਿਤਾ ਨਾਲ ਕਿਉਂ ਝਗੜਦਾ? ਜਿਹਦਾ ਜਣਿਆ ਹੋਇਆ, ਜਿਹਦਾ ਪਾਲਿਆ ਹੋਇਆ, ਉਸ ਪਿਤਾ ਨਾਲ ਝਗੜੇਗਾ ਤੇ ਝਗੜਨ ਦਾ ਪਾਪ ਲੱਗਦਾ। ਪੁੱਤਰ ਪਿਤਾ ਨਾਲ ਝਗੜੇ ਤਾਂ ਪੁੱਤਰ ਦੇ ਉੱਤੇ ਦੋਸ਼ ਹੈ, ਪਾਪ ਹੈ। ਪੁੱਤਰ ਦਾ ਕਰਤੱਵ ਨਹੀਂ ਆਪਣੇ ਪਿਤਾ ਨਾਲ ਝਗੜਾ ਕਰੇ। ਪਿਤਾ ਜਿਸ ਨੇ ਜਨਮ ਦਿੱਤਾ ਹੈ, ਪਿਤਾ ਨਾਲ ਝਗੜਨ ਦਾ ਕਰਮ ਹੈ ਹੀ ਨਹੀਂ, ਪੁੱਤਰ ਦਾ ਧਰਮ ਹੀ ਨਹੀਂ। ਅੱਜ ਕੱਲ ਪੁੱਤਰ ਜੇ ਕਿਤੇ ਪਿਓ ਦੀ ਜੁੱਤੀ ਦੇ ਵਿੱਚ ਪੈਰ ਪਾਣ ਲੱਗ ਪੈਣ, ਬਰਾਬਰ ਦੇ ਹੋ ਜਾਣ ਤੇ ਗਲਾਵੇਂ ਤੱਕ ਨੂੰ ਹੱਥ ਪਾ ਲੈਂਦੇ ਆ। ਇਹੋ ਜਿਹਾ ਸਮਾਂ ਆ ਗਿਆ ਕਲੀ ਕਾਲ ਦਾ। ਪੁੱਤਰ ਦਾ ਧਰਮ ਨਹੀਂ ਆਪਣੇ ਪਿਤਾ ਨਾਲ ਝਗੜੇ, ਉਹਦੇ ਸਾਹਮਣੇ ਉੱਚੀ ਆਵਾਜ਼ ਵਿੱਚ ਬੋਲੇ, ਉਹਦਾ ਅਦਬ, ਉਹਦਾ ਸਤਿਕਾਰ ਇੱਕ ਪੁੱਤਰ ਦੇ ਹਿਰਦੇ 'ਚ ਹੋਣਾ ਚਾਹੀਦਾ। ਗੁਰੂ ਰਾਮਦਾਸ ਸਾਹਿਬ ਸਮਝਾਉਂਦੇ ਆ। ਗਰੀਬ ਨਵਾਜ ਪਾਤਸ਼ਾਹ ਨੇ ਜਿਨ੍ਹਾਂ ਨੂੰ ਆਪਣਾ ਆਪ ਜਣਾਇਆ ਉਹ ਜਾਣ, ਜਿਨ੍ਹਾਂ ਨੂੰ ਨਹੀਂ ਜਣਾਇਆ ਉਹ ਕੋਲ ਰਹਿ ਕੇ ਵੀ ਨਹੀਂ ਜਾਣ ਸਕੇ। ਪਾਤਸ਼ਾਹ ਉਦਾਹਰਣ ਦਿੰਦੇ ਨੇ। ਪਾਤਸ਼ਾਹ ਕਹਿੰਦੇ ਬਿਮਲ ਮਝਾਰ ਬਸ ਨਿਰਮਲ ਜਲ ਪਦ ਮਨ ਜਾਵਲ ਰੇ। ਪਾਣੀ ਦੇ ਵਿੱਚ ਕਮਲ ਦਾ ਫੁੱਲ ਵਸਦਾ, ਉਹਦੇ ਆਲੇ ਦੁਆਲੇ ਜਾਲਾ ਹੈ। ਐਨ ਉਸ ਕਮਲ ਦੀ ਜਿਹੜੀ ਨਾੜ ਹੈ ਉਹਦੀ ਜੜ ਦੇ ਵਿੱਚ ਡੱਡੂ ਰਹਿੰਦਾ। ਡੱਡੂ ਖਾਂਦਾ ਜਾਲਾ, ਉਹਨੂੰ ਕਮਲ ਦੇ ਫੁੱਲ ਦੀ ਸਾਰ ਦਾ ਨਹੀਂ ਪਤਾ। ਭੌਰਾ ਉਹ ਕਮਲ ਦੇ ਫੁੱਲ ਦੇ ਨੇੜੇ ਨਹੀਂ ਰਹਿੰਦਾ, ਦੂਰੋਂ ਆਉਂਦਾ ਉੱਡ ਕੇ। ਉਹ ਆ ਕੇ ਉਸ ਕਮਲ ਦੇ ਫੁੱਲ ਦੇ ਰਸ ਨੂੰ ਜਾਣਦਾ ਹੈ ਔਰ ਉਸ ਨੂੰ ਮਾਣਦਾ ਹੈ ਤੇ ਜੜ ਵਿੱਚ ਰਹਿ ਕੇ ਡੱਡੂ ਜਾਲਾ ਭਖਦਾ, ਉਸ ਕਮਲ ਵਿੱਚੋਂ ਪਰਾਗ ਨਹੀਂ ਲੈਂਦਾ। ਪਾਖਸ ਸਿਬਾਲ ਬਸਸ ਨਿਰਮਲ ਜਲ। ਪਾਖਸ ਸਿਬਾਲ,
ਸਵਾਲ ਕਹਿੰਦੇ ਆ ਵੀ ਉੱਥੋਂ ਦਾ ਜਾਲਾ ਜਿਹੜਾ ਉਹੀ ਉਹ ਪੱਖਦਾ ਖਾਂਦਾ। ਇਉਂ ਕਈ ਵਾਰ ਬਹੁਤ ਨੇੜੇ ਰਹਿਣ ਵਾਲੇ ਵੀ ਸਾਹਿਬ ਨੂੰ ਨਹੀਂ ਜਾਣ ਬੁੱਝ ਸਕਦੇ, ਨਹੀਂ ਬੁੱਝ ਸਕਦੇ, ਤੇ ਆਪਣੇ ਤੋਂ ਦੂਰ ਰਹਿਣ ਵਾਲਿਆਂ ਨੂੰ ਪਾਤਸ਼ਾਹ ਆਪਣਾ ਆਪ ਜਣਾ ਦਿੰਦੇ ਨੇ। ਖਾਲਸਾ ਜੀ, ਕਈ ਵਾਰ ਸਾਡੇ ਵਰਗੇ ਵਿਅਕਤੀ ਹਰ ਵੇਲੇ ਸਤਿਗੁਰਾਂ ਦੇ ਕੋਲ ਰਹਿਣ ਕਰਕੇ ਵੀ ਗੁਰੂ ਤੋਂ ਦੂਰ ਨੇ। ਸਾਨੂੰ ਮਹਾਰਾਜ ਜੀ ਨੇ ਸੇਵਾ ਬਖਸ਼ੀ ਹੈ, ਆਪਣੀ ਹਜ਼ੂਰੀ 'ਚ ਰੱਖਦੇ ਨੇ। ਧਾਰਮਿਕ ਖਿੱਤੇ ਦੇ ਵਿੱਚ ਸਾਨੂੰ ਸੇਵਾਵਾਂ ਸਾਹਿਬ ਨੇ ਬਖਸ਼ੀਆਂ ਨੇ, ਕੋਲ ਹੋ ਕੇ ਵੀ ਬਹੁਤ ਦੂਰ ਹੋ ਜਾਂਦੇ ਆ, ਕੋਲ ਹੋ ਕੇ ਵੀ। ਔਰ ਦੂਰ ਹੋਣ ਵਾਲੇ ਵੀ ਕਈ ਵਾਰ ਬਹੁਤ ਨੇੜੇ ਹਨ, ਬਹੁਤ ਨੇੜੇ। ਇਸੇ ਕਰਕੇ ਵਿਦਵਾਨ ਕਹਿੰਦੇ ਕਿ ਧਾਰਮਿਕ ਖਿੱਤੇ 'ਚ ਕੰਮ ਕਰਨ ਵਾਲੇ ਜਿਤਨੇ ਵੀ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਧਾਰਮਿਕ ਸੇਵਾਵਾਂ ਮਿਲੀਆਂ ਹੋਈਆਂ, ਆਮ ਪ੍ਰੇਮੀ ਸੰਗਤ ਨੂੰ ਚਾਹੀਦਾ ਕਿ ਉਹਨਾਂ ਨਾਲ ਬਹੁਤਾ ਬੈਠਣ ਮਿਲਣ ਦੀ ਬਜਾਏ, ਕਿਉਂਕਿ ਜਦੋਂ ਉਹਨਾਂ ਵਿੱਚ ਬਹੁਤਾ ਬੈਠੋਗੇ ਮਿਲੋਗੇ ਤਾਂ ਉਹਨਾਂ ਦੀਆਂ ਕਮੀਆਂ ਤੁਹਾਨੂੰ ਨਜ਼ਰ ਆਉਣਗੀਆਂ। ਤੁਹਾਡੇ ਦਿਲਾਂ ਵਿੱਚ ਉਹਨਾਂ ਪ੍ਰਤੀ ਅਦਬ ਤੇ ਸਤਿਕਾਰ ਨਹੀਂ ਰਹੇਗਾ। ਤੁਸੀਂ ਚਾਹੁੰਦੇ ਹੋ ਕਿ ਧਾਰਮਿਕ ਵਿਅਕਤੀਆਂ ਦਾ ਅਦਬ ਤੇ ਸਤਿਕਾਰ ਤੁਹਾਡੇ ਹਿਰਦੇ 'ਚ ਬਣਿਆ ਰਹੇ, ਤਾਂ ਫਿਰ ਉਹਨਾਂ ਤੋਂ ਦੂਰ ਹੀ ਰਹਿਣਾ ਚੰਗਾ। ਇੱਥੋਂ ਤੱਕ ਵੀ ਵਿਦਵਾਨ ਲਿਖਦੇ ਆ, ਔਰ ਇਹ ਸੱਚ ਵੀ ਹੈ। ਜਿਹਨੂੰ ਸਾਹਿਬ ਨੇ ਆਪਣਾ ਆਪ ਜਣਾਣਾ ਉਸੇ ਨੇ ਬੁੱਝਣਾ। ਜਾਣਨ ਦਾ ਦਾਵਾ ਕਰਨ ਵਾਲਾ ਅਣਜਾਣ ਹੋ ਜਾਂਦਾ। ਜਿਹੜਾ ਇਹ ਦਾਵਾ ਕਰੇ ਮੈਂ ਜਾਣਦਾ ਹਾਂ, ਉਹ ਅਣਜਾਣ ਹੈ। ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਉਹ ਅਣਜਾਣ ਹੈ ਜਿਹੜਾ ਕਹਿੰਦਾ ਮੈਂ ਬਹੁਤ ਕੁਝ ਜਾਣਦਾ ਹਾਂ। ਜਿਹੜਾ ਜਾਣ ਲੈਂਦਾ ਫਿਰ ਉਹ ਲੁਕਿਆ ਛਿਪਿਆ ਨਹੀਂ ਰਹਿੰਦਾ, ਉਹ ਸੁੱਤੇ ਸਿੱਧ ਪ੍ਰਗਟ ਹੋ ਜਾਂਦਾ। ਉਹਨੂੰ ਵਾਹਿਗੁਰੂ ਸੰਸਾਰ ਵਿੱਚ ਸੁੱਤੇ ਸਿੱਧ ਹੀ ਉਜਾਗਰ ਕਰ ਦਿੰਦਾ। ਤੂੰ ਜਿਨ੍ਹਾਂ ਨੂੰ ਤੂੰ ਜਣਾਉਂਦਾ ਹੈ, ਹੇ ਵਾਹਿਗੁਰੂ ਆਪਣਾ ਆਪ, ਉਹੀ ਤੈਨੂੰ ਜਾਣਦੇ ਹਨ। ਤੇਰਾ ਦੀਆ ਨਾਮ ਵਖਾਣਾ। ਫਿਰ ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਤੇਰਾ ਦਿੱਤਾ ਹੋਇਆ ਨਾਮ ਹੀ ਤੇਰੇ ਜਨ ਵਖਾਣਦੇ ਨੇ ਰਸਨਾ ਤੋਂ। ਤੇਰਾ ਹੀ ਦਿੱਤਾ ਹੋਇਆ ਨਾਮ। ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਵਖਾਣੈ। ਜਿਨ੍ਹਾਂ ਨੂੰ ਤੂੰ ਜਣਾਉਣਾ ਉਹ ਜਾਣਦੇ ਨੇ, ਤੇ ਫਿਰ ਤੇਰੇ ਹੀ ਦਿੱਤੇ ਹੋਏ ਅੰਮ੍ਰਿਤ ਨਾਮ ਨੂੰ ਉਹ ਆਪਣੀ ਰਸਨਾ ਤੋਂ ਵਖਾਣਦੇ ਹਨ। ਤੂੰ ਜਿਨ੍ਹਾਂ ਨੂੰ ਦਿੰਦਾ ਹੈ ਆਪਣਾ ਨਾਮ, ਉਹੀ ਤੇਰੇ ਨਾਮ ਨੂੰ ਆਪਣੀ ਰਸਨਾ ਤੋਂ ਉਚਾਰਦੇ ਹਨ, ਆਰਾਧਦੇ ਹਨ, ਧਿਆਉਂਦੇ ਹਨ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਤੇਰਾ ਦੀਆ ਨਾਮ ਵਖਾਣੈ, 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 ਤੇਰਾ ਦੀਆ ਨਾਮ ਵਖਾਣੈ।
ਤੇਰਾ ਦੀਆ ਨਾਮ ਬਖਾਣੈ, ਤੇਰਾ ਦੀਆ ਨਾਮ ਬਖਾਣੈ। ਤੇਰਾ ਦਿੱਤਾ ਹੋਇਆ ਨਾਮ ਤੇਰੇ ਪਿਆਰੇ ਵਖਾਣਦੇ ਨੇ ਆਪਣੀ ਰਸਨਾ ਤੋਂ। ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਹੇ ਵਾਹਿਗੁਰੂ ਤੂੰ ਅਸਚਰਜ ਹੈ। ਅਸਚਰਜ ਵਿਸਮਾਦ, ਜਿੱਥੇ ਜਾ ਕੇ ਕੁਝ ਬੋਲਣ ਵਾਸਤੇ ਸ਼ਬਦ ਬਾਕੀ ਨਾ ਰਹੇ ਕਿ ਹੁਣ ਕੀ ਬੋਲੀਏ, ਕੀ ਆਖੀਏ। ਗੁਰੂ ਖਾਲਸਾ ਜੀ ਉਹਨੂੰ ਕਹਿੰਦੇ ਐ ਅਸਚਰਜ ਵਿਸਮਾਦ। ਮੰਨ ਲਓ ਕਿ ਟੀਵੀ ਦੇ ਉੱਤੇ ਅਸੀਂ ਕੋਈ ਚੈਨਲ ਲਾਏ ਨੇ, 50-55 ਚੈਨਲ ਨੇ, ਜ਼ੀਰੋ ਤੇ ਆਉਣਾ ਹੋਵੇ ਤੇ ਕੀ ਕਰਨਾ ਪੈਂਦਾ ਹੈ? ਜੇ 25 ਤੇ ਹੋ ਤਾਂ ਫਿਰ ਜਾਂ ਤਾਂ ਪਿੱਛੇ ਨੂੰ ਆਓ, ਫਿਰ ਜ਼ੀਰੋ ਤੇ ਆਓਗੇ, ਜਾਂ ਫਿਰ ਅੱਗੇ ਨੂੰ ਵਧੋ, ਫਿਰ ਜ਼ੀਰੋ ਤੇ ਆਓਗੇ। ਪਰਮਾਤਮਾ ਦੇ ਘਰ ਦੀ ਜਿਹੜੀ ਖੇਡ ਹੈ ਨਾ, ਜਾਂ ਤਾਂ ਕਹੋਗੇ ਨੇਤ ਨੇਤ ਨਾ ਇਤੀ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਅਖੀਰ ਨੂੰ ਫਿਰ ਸ਼ੂਨਿਆ ਤੱਕ ਆ ਜਾਓਗੇ। ਜਾਂ ਫਿਰ ਸਵਕਾਰ ਕਰਦੇ ਚਲੇ ਜਾਓ, ਜਾਂ ਅੱਗੇ ਵਧਦੇ ਚਲੇ ਜਾਓ, ਜਾਂ ਤਾਂ ਪਿੱਛੇ ਚੱਲੋ ਨਾ ਇਤੀ, ਇਹ ਵੀ ਨਹੀਂ ਹੈ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਸੱਚ ਨਹੀਂ, ਇਹ ਵੀ ਸੱਚ ਨਹੀਂ, ਇਹ ਵੀ ਸੱਚ ਨਹੀਂ, ਤਾਂ ਜ਼ੀਰੋ ਤੇ ਸ਼ੂਨਿਆ ਤੱਕ ਆਤਮਾ ਤੱਕ ਪਹੁੰਚੋਗੇ। ਜਾਂ ਫਿਰ ਅੱਗੇ ਨੂੰ ਵਧੋ, ਸਵਕਾਰ ਕਰਦੇ ਚਲੇ ਜਾਓ, ਇਹ ਵੀ ਉਸੇ ਦਾ ਰੂਪ ਹੈ, ਇਹਦੇ ਵਿੱਚ ਵੀ ਉਸੇ ਦੀ ਜੋਤ ਹੈ, ਇਹਦੇ ਵਿੱਚ ਵੀ ਉਸੇ ਦੀ ਜੋਤ ਹੈ। ਉਹ ਸੰਖ ਮੂਰਖੰਦ ਘੋਰ ਵਿੱਚ ਵੀ ਉਹੀ ਵਸਦਾ, ਸੰਖ ਨਾਮ ਸੰਖ ਥਾਮ ਵਿੱਚ ਵੀ ਉਹੀ ਵਸਦਾ। ਜਾਂ ਇਸ ਤਰ੍ਹਾਂ ਅੱਗੇ ਨੂੰ ਚਲਦੇ ਚਲੇ ਜਾਓ ਤਾਂ ਵੀ ਉੱਥੇ ਹੀ ਪਹੁੰਚੋਗੇ। ਹੁਣ ਜਦੋਂ ਉੱਥੇ ਪਹੁੰਚ ਗਏ ਜਿੱਥੇ ਸ਼ੂਨਿਆ ਹੈ, ਅਸਚਰਜ, ਉੱਥੇ ਜਾ ਕੇ ਫਿਰ ਕੁਝ ਕਹਿਣ ਨੂੰ ਬਾਕੀ ਨਹੀਂ ਰਹਿ ਜਾਂਦਾ। ਉੱਥੇ ਜਾ ਕੇ ਮਹਾਰਾਜ ਜੀ ਕਹਿੰਦੇ ਨੇ ਤੂੰ ਅਸਚਰਜ ਹੈ, ਤੂੰ ਅਸਚਰਜ ਹੈ। ਕੁਦਰਤ ਤੇਰੀ ਵਿਸਮਾ, ਤੇਰੀ ਸ਼ਕਤੀ ਵਿਸਮਾਦ ਹੈ। ਕੁਦਰਤ ਦਾ ਅਰਥ ਕਰਾਂਗੇ ਸ਼ਕਤੀ, ਤੇਰੀ ਸ਼ਕਤੀ ਵਿਸਮਾਦ ਹੈ। ਤੂੰ ਅਸਚਰਜ ਹੈ ਵਾਹਿਗੁਰੂ, ਔਰ ਤੇਰੀ ਕੁਦਰਤ ਵੀ ਅਸਚਰਜ ਹੈ, ਵਿਸਮਾਦ ਹੈ। ਰਹਾਉ ਤੁਧ ਆਪੇ ਕਾਰਣ ਆਪੇ ਕਰਣਾ। ਤੂੰ ਆਪ ਹੀ ਕਾਰਨ ਹੈ ਸਾਰੇ ਜਗਤ ਦਾ, ਸਾਰੀ ਸ੍ਰਿਸ਼ਟੀ ਦਾ ਕਾਰਨ ਤੂੰ ਆਪ ਹੈ, ਤੇ ਕਰਨ ਵਾਲਾ ਵੀ ਹੈ ਪ੍ਰਭੂ ਤੂੰ ਆਪ ਹੈ। ਕਰਨ ਵਾਲਾ ਵੀ ਆਪ ਹੈ ਤੇ ਕਾਰਨ ਵੀ ਤੂੰ ਆਪ ਹੈ, ਦੂਸਰਾ ਕੋਈ ਕਰਤਾ ਨਹੀਂ ਹੈ। ਹਾਂਜੀ। ਹੁਕਮੇ ਜੰਮਣਾ ਹੁਕਮੇ ਮਰਣਾ। हे ਪ੍ਰਭੂ ਤੇਰੇ ਹੁਕਮ 'ਚ ਹੀ ਜੀਵ ਜੰਮਦੇ ਨੇ, ਔਰ ਤੇਰੇ ਹੁਕਮ ਦੇ ਵਿੱਚ ਹੀ ਜੀਵ ਮਰਦੇ ਨੇ। ਜੰਮਣਾ ਵੀ ਤੇਰੇ ਹੁਕਮ ਵਿੱਚ ਹੈ, ਮਰਨਾ ਵੀ ਤੇਰੇ ਹੁਕਮ ਵਿੱਚ ਹੈ। ਇਹ ਦੋਵੇਂ ਕਲਾਵਾਂ ਜੋ ਹੋ ਰਹੀਆਂ ਨੇ ਸੰਸਾਰ ਵਿੱਚ, ਇਹ ਤੇਰੇ ਹੁਕਮ ਵਿੱਚ ਹੀ ਹੋ ਰਹੀਆਂ ਹਨ। ਨਾਮ ਤੇਰਾ ਮਨ ਤਨ ਆਧਾਰੀ। हे ਪ੍ਰਭੂ ਤੇਰਾ ਨਾਮ ਮੇਰੇ ਮਨ ਤੇ ਤਨ ਦਾ ਆਧਾਰ ਹੈ, ਆਸਰਾ ਹੈ। ਅਸੀਂ ਕਹਿਣ ਮਾਤਰ ਨਾਲ ਇਹੋ ਜਿਹੀਆਂ ਗੱਲਾਂ ਕਹਿ ਜ਼ਰੂਰ ਲੈਨੇ ਆ, ਮਹਾਰਾਜ ਜੀ ਸਾਡਾ ਤੁਹਾਡੇ ਬਿਨਾਂ ਕੌਣ ਹੈ ਜੀ, ਸਾਡਾ ਆਸਰਾ ਤਾਂ ਤੁਸੀਂ ਹੋ। ਕਹਿਣ ਮਾਤਰ ਨੂੰ ਸਾਡੇ ਕੋਲ ਗੱਲਾਂ ਹਨ, ਪਰ ਜੇ ਚੱਲਣਾ ਪਵੇ ਉਸ ਰਾਹ ਤੇ ਤਾਂ ਚੱਲਣਾ ਔਖਾ ਹੈ। ਇੱਕ ਸਾਧ ਦਾ ਚੇਲਾ ਸੀ, ਉਹਨੇ ਆਪਣੇ ਚੇਲੇ ਨੂੰ ਆਖਿਆ, ਬੇਟਾ ਜਾ ਪਾਣੀ ਭਰ ਕੇ ਲਿਆ ਤੇ ਮੈਂ ਇਸ਼ਨਾਨ ਕਰ ਲਵਾਂ।
चेला कहता सी महाराज मेरे तां तुसीं हो, मैं तुहानूं छड्ड के कित्थे जाना। वो कहण लगा भी तू गल्लां करी जाना, मैं तेनू कहना भी जाके पानी लैके आ, मैं इशनान करना। वो कहता महाराज हुणे जाना जी। फिर बैठा रहा। साध ने आख्या भी जांदा नहीं। वो कहता भी पानी लैण तां चलिया सी मैं जानना चाहुंदा भी पानी खूह तो भर के लियावां कि नदी चों भर के लियावां। साध ने आख्या भी पानी होना चाहिए, इशनान करन योग होवे, भावें खूह चों लिया भर के ते भावें नदी चों भर के लाया, रब दा वास्ता पानी लै आ। वो फिर बैठा कहता जी मैं जांदा हां, चलो पानी लैके आवां, पानी गर्म करके लियावां कि पानी ठंडा करके लियावां। वो कहता मैनू पानी जिहो जिहा भी होवे, इशनान करन लायक होवे, भावें गर्म होवे भावें ठंडा होवे, लै आ। फिर उत्थे बैठा कहता जी बस हुणे गया, गोली वांगू जावांगा, देर नहीं लावांगा। फिर बैठा उठे ना, कहते जांदा नहीं। कहता हुण ये दसो भी पानी बाल्टी च भर के लियावां कि घड़े च लियावां। वो कहता तेरे नाल मगजमारी करन नालों चंगा मैं आप ही उठ के इशनान कर आवां। कहता मैं भी यही चाहुंदा सी कि अपनी इच्छा नाल जिवें मर्जी इशनान करो, क्यों मेरे ते निर्भर हुंदे हो। साडी आदत कुछ इहो जी हो गई, असी ना भी नहीं करनी ते करना भी कुछ नहीं। असी सब कहें महाराज जी तुसी ये भी ठीक कहंदे हो, गल आ भी महाराज तुहाडा हुक्म ठीक है, सब कुछ ना भी नहीं करनी भी महाराज तुसी ये गलत कहंदे हो, ये भी नहीं कहना, पर करना भी कुछ नहीं। साडे हालात इहो जे होए होए, गल्लां मात्र नाल कह दिंदे आ महाराज तुहाडा नाम साडे मन तन दा आधार है, पर अंदर प्रैक्टिकली रूप च वेखीए कि साडे हिरदे च हरि नाम वसिया है, कि वाकई साडे मन तन दा आधार नाम बनिया होया। महाराज धन गुरु अर्जन देव साहब पंजवें पातशाह जी महाराज इस अवस्था ते पहुंचे हुए ने। कहते हे प्रभु तेरा नाम मेरे मन और मेरे तन दा आधार है। नानक दास बख्शीस तुम्हारी। धन गुरु अर्जन देव साहब जी फरमाउंदे कि हे प्रभु ये तेरी बख्शिश है कि तेरा नाम मेरे मन तन का आधार बनया होया। मेरी कोई कालना नहीं, ये कोई मेरी तपस्या या मेरी साधना नहीं। जे मेरे मन तन का आधार तेरा नाम बनया होया तो ये तेरी बख्शिश है, तेरी कृपा है, तेरी दया है, तेरी दया बिना नहीं। इस पावन शब्द विच पंजवें गुरुदेव ने करता ईश्वर अकाल पुरख नूं कहा कि सब कुछ करन ते कराउण वाला हे प्रभु तू आप है, साडे वस साडे अख्तियार कुछ भी नहीं। अज सकरान दा दिन है, जेठ दा महीना, 12 महीनिਆਂ चों ज्येष्ठ, ज्येष्ठ कहते हैं वड्डे नूं, जेठ वड्डे नूं कहते हैं। यह महीना वड्डा महीना कहा जाता है क्योंकि कारण है कि इस महीने विच दिन वड्डे ते रातां छोटियां ने। दिन वड्डे हो जाते कामियां नूं, मजदूरां नूं, किरतियां नूं। यह महीना दिन दा क्योंकि दिन लम्मा हुंदा ते चंगा लगदा, उन्हां नूं समा मिल जांदा। रातां छोटियां इस करके नूं जेठ कह दिंदे आ। फिर गरीखम रुत दा महीना, अत दी गर्मी दा। जेठ ते हाड़ ये गरीखम रुत दे महीने ने दोवें। 6 रुत्तां चों एक रुत है गरीखम। धरती तपदी है, लूआं चलदियां, शरीर लो लो पैंदे है। ऐसा नहीं कि हुणे पैण लगी है गर्मी,
ਗਰਮੀ ਅੱਜ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਪੈਂਦੀ ਸੀ। ਫਰਕ ਇੰਨਾ ਵੀ ਹੁਣ ਸਾਡੇ ਕੋਲ ਸਹੂਲਤਾਂ ਵੱਧ ਗਈਆਂ, ਗਰਮੀ ਵੱਧ ਮਹਿਸੂਸ ਹੁੰਦੀ ਹੈ। ਐਸਾ ਨਹੀਂ ਸੀ ਕਿ ਪਹਿਲਾਂ ਲੂਆਂ ਨਹੀਂ ਸੀ ਚੱਲਦੀਆਂ, ਪਹਿਲਾਂ ਤੱਤੀਆਂ ਹਵਾਵਾਂ ਨਹੀਂ ਸਨ ਚੱਲਦੀਆਂ, ਇਸੇ ਤਰ੍ਹਾਂ ਹੀ ਸੀ। ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਹੋ ਰਿਹਾ ਹੈ। ਮੰਜੀ ਸਾਹਿਬ ਵਿਖੇ ਬਹਿ ਕੇ ਗੁਰੂ ਅਰਜਨ ਦੇਵ ਸਾਹਿਬ ਇਹ ਬਚਨ ਉਚਾਰਨ ਕਰ ਰਹੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ। ਸੁਣੋ ਜੀ, ਹਾਜ਼ਰੀਆਂ ਲਵਾਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੋੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਕਿ ਭਾਈ ਉਸ ਹਰੀ ਪਰਮੇਸ਼ਰ ਨਾਲ ਜੁੜਨਾ ਚਾਹੀਦਾ ਹੈ। ਜੁੜੋ। ਹਰ ਇੱਕ ਬੰਦਾ ਪਾਵਰਫੁਲ ਨਾਲ ਜੁੜਨਾ ਚਾਹੁੰਦਾ, ਕਿਸੇ ਸ਼ਕਤੀ ਨਾਲ ਜੁੜਨਾ ਚਾਹੁੰਦਾ। ਉਹ ਸ਼ਕਤੀ ਇਹਨੂੰ ਕਿਤੇ ਨਜ਼ਰ ਆ ਜਾਏ, ਉਹਦੇ ਨਾਲ ਜੁੜਨ ਦਾ ਯਤਨ ਕਰੇਗਾ। ਕਿਸੇ ਨੇ ਕਹਿ ਦਿੱਤਾ ਪੁਰਾਣੇ ਸਮੇਂ 'ਚ ਵੀ ਪਿੱਪਲ 'ਚ ਸ਼ਕਤੀ ਹੈ, ਇਹ ਰਾਤ ਨੂੰ ਵੀ ਆਕਸੀਜਨ ਦਿੰਦਾ। ਇਹਨੇ ਆਖਿਆ ਵੀ ਇੱਥੇ ਤੇ ਦੇਵਤਾ ਹੈ। ਇਹ ਤਾਂ ਹੁਣ ਆਕਸੀਜਨ ਉਦੋਂ ਸਮਝ ਨਹੀਂ ਸੀ ਆਉਂਦੀ ਲੋਕਾਂ ਨੂੰ, ਪਿੱਪਲ ਨਾਲ ਜੁੜ ਗਏ ਵੀ ਇਹਦੇ 'ਚ ਸ਼ਕਤੀ ਹੈ। ਪਿੱਪਲਾਂ ਦੀ ਪੂਜਾ ਹੋਣ ਲੱਗ ਪਈ, ਜੰਡਾਂ ਦੀ ਪੂਜਾ ਹੋਣ ਲੱਗ ਪਈ। ਜਿਸ 'ਚ ਸ਼ਕਤੀ ਵੇਖਦਾ ਉਹਦੇ ਨਾਲ ਜੁੜਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ ਉਹਦੇ ਨਾਲ ਜੁੜਨਾ ਚਾਹੀਦਾ ਜਿਹਦੇ ਅੱਗੇ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਨਿਭਦੀਆਂ ਨੇ। ਸਭ ਸ਼ਕਤੀਆਂ ਜਿਸ ਅੱਗੇ ਪਾਣੀ ਭਰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦੇ ਦਰ ਦਾ ਪਾਣੀ ਭਰਦੀਆਂ ਨੇ ਸਾਰੀਆਂ ਸ਼ਕਤੀਆਂ। ਕੋਟ ਦੁਰਗਾ ਜਾਂ ਕੈ ਮਰਦਨ ਕਰੈ, ਏਡਾ ਵੱਡਾ ਰੱਬ, ਏਡਾ ਵੱਡਾ ਅਕਾਲ ਪੁਰਖ ਹੈ। ਜੋ ਇਤਨਾ ਵਿਸ਼ਾਲ ਹੈ, ਜਿਸ ਅੱਗੇ ਦੁਨੀਆ ਦੀਆਂ ਸਮਸਤ ਸ਼ਕਤੀਆਂ ਨਿਭਦੀਆਂ ਨੇ, ਜਿਸ ਅੱਗੇ ਸਭ ਨਿਭਦੇ ਨੇ, ਜਿਹੜਾ ਵੱਡਿਆਂ ਵੱਡਿਆਂ ਨੂੰ ਨਿਭਾ ਲੈਂਦਾ। ਜਿਹੜੇ ਕਹਿੰਦੇ ਆ ਨਾ ਵੀ ਸਾਡਾ ਸਿਰ ਕੱਦ ਏਡਾ ਉੱਚਾ ਵੀ ਸਾਡਾ ਸਿਰ ਅਸਮਾਨ 'ਚ ਨਹੀਂ ਮੇਮਦਾ, ਪਰਮੇਸ਼ਰ ਉਹਨਾਂ ਦੀਆਂ ਨੱਕਾਂ 'ਚ ਵੀ ਨਕੇਲ ਪਾ ਕੇ ਥੱਲੇ ਜ਼ਮੀਨ ਤੇ ਲੈ ਆਉਂਦਾ। ਜਿਸ ਅੱਗੇ ਸਭ ਨਿਭਦੇ ਨੇ, ਹੇ ਭਾਈ ਉਹਦੇ ਨਾਲ ਜੁੜੋ। ਹਰ ਜੇਠ ਜੁੜਨ ਦਾ ਲੋੜੀਐ, ਉਹਦੇ ਨਾਲ ਜੁੜਨਾ ਚਾਹੀਦਾ ਹੈ। ਕਿਸ ਨਾਲ? ਜਿਸ ਅੱਗੇ ਸਭ ਨਿਵੰਨ, ਜਿਸ ਦੇ ਅੱਗੇ ਸਾਰੇ ਨਿਵੰਦੇ ਨੇ, ਜਿਸ ਅੱਗੇ ਸਾਰੇ ਝੁਕਦੇ ਨੇ, ਜਿਸ ਅੱਗੇ ਸਾਰੇ ਸਜਦਾ ਕਰਦੇ ਨੇ, ਹੇ ਭਾਈ ਉਹਦੇ ਨਾਲ ਜੁੜੋ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਹਰੀ ਅਕਾਲ ਪੁਰਖ ਸੱਜਣ ਹੈ, ਤਾਂ ਉਸ ਹਰੀ ਸੱਜਣ ਦੇ ਪੱਲੇ ਲੱਗਿਆ ਦਾਵਣ, ਦਾਮਨ, ਦਾਵਣ, ਦਾਮਨ ਪੱਲਾ। ਜਿਹੜੇ ਉਸ ਹਰੀ ਸੱਜਣ ਦੇ ਪੱਲੇ ਲੱਗੇ ਨੇ ਉਹਦਾ ਆਸਰਾ ਲੈਂਦੇ ਨੇ, ਤੇ ਜਿਹੜੇ ਉਹਦੀ ਸ਼ਰਨ 'ਚ ਪੈ ਜਾਂਦੇ ਨੇ, ਉਹ ਏਡਾ ਵੱਡਾ ਸ਼ਰਨ ਸੂਰ ਹੈ ਕਿ ਫਿਰ ਕਿਸੇ ਦੂਜੇ ਅੱਗੇ ਬੰਨ ਕੇ ਨਹੀਂ ਸੁੱਟਦਾ। ਮੰਨ ਲਓ ਕਿ ਕਿਸੇ ਸਰਕਾਰ ਦਾ ਕੋਈ ਬਾਗੀ ਸਾਡੇ ਕੋਲ ਆ ਜੇ, ਅਸੀਂ ਉਹਨੂੰ ਰੱਖ ਨਹੀਂ ਸਕਦੇ। ਲੈਣ ਆ ਜਾਣ, ਸਾਡੇ ਕੋਲ ਤਾਕਤ ਨਹੀਂ ਅਸੀਂ ਰੱਖ ਸਕੀਏ। ਔਰੰਗਜ਼ੇਬ ਤੋਂ ਬਾਗੀ ਭਾਈ ਨੰਦ ਲਾਲ ਸਾਹਿਬ ਕਲਗੀਧਰ ਦੀ ਸ਼ਰਨ ਆਉਂਦੇ ਤੇ ਇਹੋ ਜਿਹੇ ਸ਼ਰਨ ਸੂਰ ਕਿ ਔਰੰਗੇ ਦੀ ਤਾਕਤ ਨਹੀਂ ਕਿ ਹੁਣ ਭਾਈ ਨੰਦ ਲਾਲ ਦੀ ਵਾਹ ਵੱਲ ਵੀ ਵੇਖ ਸਕੇ। ਫਿਰ ਕਿਸੇ ਨੂੰ ਅੱਗੇ ਬੰਨ ਕੇ ਨਹੀਂ ਦਿੰਦੇ। ਇਹੋ ਜਿਹੇ ਸ਼ਰਨ ਸੂਰ ਨੇ ਜਿਹੜੇ ਏਡੀ ਵੱਡੀ ਤਾਕਤ ਦੇ ਮਾਲਕ ਨੇ ਕਿ ਜਿਹੜਾ ਸ਼ਰਨ ਆ ਗਿਆ ਉਹਨੂੰ ਰੱਖ ਲਿਆ, ਬਸ ਉਹਦਾ ਹੋ ਗਿਆ। ਉਹਦੇ ਤਾਂ ਸਿੰਘ ਵੀ ਇਹੋ ਜਿਹੇ ਸ਼ਰਨ ਸੂਰ ਨੇ। ਧੰਨ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼।
ਜੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੰਘ ਇਹਨਾਂ ਕੋਲ ਆ ਕੇ ਠਹਿਰਦੇ ਐ ਤੇ ਡੋਗਰੇ ਫੌਜਾਂ ਚੜਾ ਕੇ ਲੈ ਆਉਂਦੇ ਐ, ਹਮਲਾ ਕਰ ਦਿੰਦੇ ਐ, ਤੇ ਬਾਬਾ ਵੀਰ ਸਿੰਘ ਜੀ ਅਨੇਕਾਂ ਗੋਲੀਆਂ ਦੇ ਫੱਟ ਆਪਣੇ ਸਰੀਰ ਤੇ ਚੱਲਦਿਆਂ ਕਹਿੰਦੇ ਇਹ ਮੇਰੀ ਸ਼ਰਨ ਚ ਆਏ ਨੇ, ਤੇ ਗੁਰੂ ਕਲਗੀਧਰ ਦੇ ਘਰ ਵਿੱਚ ਜਿਹੜਾ ਉਹਨਾਂ ਦੀ ਸ਼ਰਨ ਆ ਜਾਏ ਉਹਦੇ ਵਾਸਤੇ ਭਾਵੇਂ ਆਪਣਾ ਆਪਾ ਕੁਰਬਾਨ ਕਰ ਦਈਏ ਪਰ ਤੁਹਾਡੇ ਹਵਾਲੇ ਨਹੀਂ ਕਰਨੇ। ਲੜਨ ਨੂੰ ਲੜ ਸਕਦੇ ਸੀ, ਆਖਿਆ ਅਸੀਂ ਭਰਾ ਨਹੀਂ ਮਾਰਨੇ, ਆਪਣੇ ਭਰਾ ਜੰਗ ਕਰਕੇ ਨਹੀਂ ਮਾਰਨੇ। ਇਹੋ ਜਿਹੇ ਮਹਾਂਪੁਰਸ਼ ਹੋਏ ਗੁਰੂ ਪੰਥ ਵਿੱਚ। ਹਰੀ ਸੱਜਣ ਦੇ ਪੱਲੇ ਲੱਗਿਆਂ, ਆਸਰੇ ਲੱਗਿਆਂ, ਉਹ ਐਸਾ ਬਲੀ ਹੈ, ਐਸਾ ਸਮਰੱਥ ਸੂਰ ਹੈ, ਸ਼ਰਨ ਸੂਰ ਹੈ, ਫਿਰ ਉਹ ਕਿਸੇ ਦੇ ਹਵਾਲੇ ਨਹੀਂ ਕਰਦਾ ਬੰਨ ਕੇ। ਹਾਂਜੀ, ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਉਹ ਕਿਸੇ ਬੰਧਨ ਚ ਨਹੀਂ ਪੈਂਦਾ ਜਿਹੜਾ ਹਰੀ ਸੱਜਣ ਦੇ ਪੱਲੇ ਲੱਗ ਜਾਏ, ਉਹਨੂੰ ਕੋਈ ਬੰਧਨ ਨਹੀਂ ਪੈਂਦਾ, ਉਹਦੇ ਬੰਧਨ ਕੱਟੇ ਜਾਂਦੇ ਨੇ। ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਇਹੀ ਉਹਨਾਂ ਵਾਸਤੇ ਮਾਣਕ ਤੇ ਮੋਤੀ ਨੇ। ਰੱਬ ਦੇ ਪਿਆਰਿਆਂ ਵਾਸਤੇ ਮਾਣਕ, ਮੋਤੀ, ਹੀਰੇ, ਜਵਾਹਰਾਤ ਸਭ ਪਰਮੇਸ਼ਰ ਦਾ ਨਾਮ ਹੀ ਹੈ। ਅਕਾਲ ਪੁਰਖ ਦਾ ਨਾਮ ਹੀ ਉਹਨਾਂ ਲਈ ਮਾਣਕ ਮੋਤੀ ਨੇ। ਔਰ ਇਹੋ ਜਿਹੇ ਮਾਣਕ ਮੋਤੀ ਉਨ ਲੱਗੈ ਨਾਹੀ ਸੰਨ। ਬਾਕੀ ਘਰਾਂ ਵਿੱਚ ਖਜ਼ਾਨਾ ਸੰਨ ਲਾ ਕੇ ਚੋਰ ਲੈ ਜਾਂਦੇ ਆ, ਕੰਧਾਂ ਦੇ ਵਿੱਚ ਪਾੜੇ ਪਾ ਕੇ, ਪਰ ਇਹ ਨਾਮ ਰੂਪੀ ਮਾਣਕ ਮੋਤੀ ਐਸੇ ਨੇ ਵੀ ਕਿਸੇ ਚੋਰ ਦੀ ਸੰਨ ਲਾਇਆ ਨਹੀਂ ਖੋਏ ਜਾ ਸਕਦੇ, ਇਹ ਚੋਰੀ ਨਹੀਂ ਕੀਤਾ ਜਾ ਸਕਦਾ। ਇਹ ਖਜ਼ਾਨਾ ਐਸਾ ਦੁਰਲਭ ਹੈ, ਇਹਨੂੰ ਕੋਈ ਸੰਨ ਨਹੀਂ ਲੱਗ ਸਕਦੀ, ਇਹਨੂੰ ਕੋਈ ਖੋਹ ਕੇ ਨਹੀਂ ਲਿਜਾ ਸਕਦਾ, ਇਹਨੂੰ ਕੋਈ ਚੋਰੀ ਕਰਕੇ ਨਹੀਂ ਲਿਜਾ ਸਕਦਾ। ਰੰਗ ਸਭੇ ਨਾਰਾਇਣ ਜਿਤੇ ਮਨ ਭਾਵਨ। ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਭਾਵਨ, ਉਹ ਰੰਗ ਸਭ ਨਾਰਾਇਣ ਦੇ ਹਨ। ਰੱਬ ਨੂੰ ਕੁਝ ਹੋਰ ਭਾਉਂਦਾ, ਬੰਦੇ ਨੂੰ ਕੁਝ ਹੋਰ ਭਾਉਂਦਾ, ਤੇ ਬਰਬਾਦ ਵਿੱਚ ਕਹਿੰਦਾ ਜੀ ਇਹ ਵੀ ਰੰਗ ਰੱਬ ਦੇ ਨੇ ਜੀ, ਜਿਹੜੇ ਸਾਡੇ ਮਨਾਂ ਨੂੰ ਭਾਵਨੇ ਸਭ ਰੰਗ ਨਾਰਾਇਣ ਦੇ ਨੇ ਜੀ। ਏਦਾਂ ਅਰਥ ਲਾ ਲੈਂਦੇ ਆ ਕਈ। ਅਰਥ ਵੀ ਕਈ ਬੰਦੇ ਆਪਣੀ ਮਰਜ਼ੀ ਮੁਤਾਬਕ ਬਣਾ ਲੈਂਦੇ। ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਮਨ ਨੂੰ ਭਾਵਨ ਉਹ ਰੰਗ ਨਾਰਾਇਣ ਦੇ ਹਨ। ਉਹਦੇ ਮਨ ਨੂੰ ਭਾਉਂਦਾ ਵੀ ਤੂੰ ਉਹਦੇ ਗੁਣ ਗਾਵੇਂ, ਉਹਦੇ ਮਨ ਨੂੰ ਭਾਉਂਦਾ ਤੂੰ ਉਹਦੀ ਕਥਾ ਸੁਣੇ, ਉਹਦੇ ਮਨ ਨੂੰ ਭਾਉਂਦਾ ਤੂੰ ਉਹਦਾ ਕੀਰਤਨ ਸੁਣੇ, ਉਹਦੇ ਮਨ ਨੂੰ ਭਾਉਂਦਾ ਕਿ ਤੂੰ ਉਹਦੀ ਸੇਵਾ ਕਰੇ, ਗੁਰਮੁਖਾਂ ਦੀ ਸੰਗਤ ਕਰੇ। ਇਹ ਰੰਗ ਉਸ ਨਾਰਾਇਣ ਦੇ ਰੰਗ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ। ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੋ ਪਾਉਂਦਾ ਹੈ ਨਾ, ਜੀਵ ਉਹੀ ਕਰਦਾ ਹੈ। ਅਕਾਲ ਪੁਰਖ ਜਿਵੇਂ ਜਿਵੇਂ ਇਹਨਾਂ ਜੀਵਾਂ ਨੂੰ ਪ੍ਰੇਰਦਾ, ਤਿਵੇਂ ਤਿਵੇਂ ਜੀਵ ਇਹ ਕਿਰਿਆਵਾਂ ਵਿੱਚ, ਕਰਮਾਂ ਵਿੱਚ ਪ੍ਰਵਿਰਤ ਹਨ। ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਧੰਨ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ, ਆਪਣਾ ਬਣਾ ਲਿਆ, ਉਹ ਧੰਨ ਹੋ ਗਏ। ਉਹ ਧੰਨ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ, ਆਪਣਾ ਬਣਾ ਲਿਆ, ਉਹ ਧੰਨ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਕਹਿੰਦੇ। ਕਿਉਂ? ਉਹਨਾਂ ਨੂੰ ਪ੍ਰਭੂ ਨੇ, ਗੁਰੂ ਨਾਨਕ ਸਾਹਿਬ ਨੇ ਆਪਣਾ ਕਰ ਲਿਆ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ ਸੇਈ ਕਹੀਐ ਧੰਨ। ਹੇ ਭਾਈ ਉਹ ਧੰਨ ਹੋ ਗਏ। ਆਪਨ ਲਿਆ ਜੇ ਮਿਲੈ ਵਿਛੜ ਕਿਉ ਰੋਵਾਨਾ। ਕਹਿੰਦੇ ਜੇ ਆਪਣੇ ਲਿਆ ਰੱਬ ਮਿਲਦਾ ਹੁੰਦਾ ਨਾ ਆਪਣੀ ਤਾਕਤ ਨਾਲ ਵੀ, ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਤੇ ਕਹਿੰਦੇ ਵਿਛੜ ਕੇ ਰੋਂਦੇ ਕਾਹਨੂੰ ਫਿਰਦੇ। ਇਹ ਪਰਮੇਸ਼ਰ ਤੋਂ ਵਿਛੜ ਕੇ ਰੋਂਦੇ ਕਾਹਨੂੰ ਫਿਰਦੇ ਜੇ ਆਪਣੇ ਲਿਆ ਮਿਲਦਾ ਹੁੰਦਾ ਰੱਬ। ਇਹ ਤਾਂ ਉਹਦੀ ਦਇਆ ਹੋਵੇ, ਉਹਦਾ ਤਰਸ ਹੋਵੇ, ਉਹਨਾਂ ਨੂੰ ਮਿਲਦਾ। ਕਹਿੰਦੇ ਜੇ ਆਪਣੇ ਲਿਆ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ
ਤੇ ਫਿਰ ਜੀਵ ਵਿਛੜ ਕਿਉਂ ਰੋਂਦੇ। ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ, ਉਸ ਪਰਮੇਸ਼ਰ ਦੇ ਸਵਰੂਪ ਨੂੰ ਪ੍ਰਾਪਤ ਕਰਕੇ ਉਸ ਅਕਾਲ ਪੁਰਖ ਦੇ ਨਾਮ ਦੇ ਰੰਗ ਨੂੰ ਮਾਣਦੇ ਨੇ। ਸਾਧ ਸੰਗਤ ਵਿੱਚ ਆ ਕੇ ਹੀ ਉਹ ਪਰਮੇਸ਼ਰ ਦੇ ਰੰਗ ਨੂੰ ਮਾਣਦੇ ਨੇ। ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋਵੇ, ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਵਣ। ਹਾਂਜੀ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰੀ ਪਾਤਸ਼ਾਹ ਜੀ ਦਾ ਫਰਮਾਨ ਹੈ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜੇਠ ਦਾ ਮਹੀਨਾ ਉਹਨਾਂ ਲਈ ਰੰਗ ਵਾਲਾ, ਖੁਏੜਿਆਂ ਵਾਲਾ, ਖੁਸ਼ੀਆਂ ਵਾਲਾ ਉਹੀ ਧਣੀ ਨੇ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ। ਇਸ ਕਰਕੇ ਕਰਮ ਚੰਗੇ ਕਰੀਏ, ਚੰਗੇ ਕਰਮਾਂ 'ਚ ਪ੍ਰਵਿਰਤ ਹੋਈਏ। ਗੁਰੂ ਸਾਹਿਬ ਕਿਰਪਾ ਕਰਨ, ਜੇਠ ਦਾ ਇਹ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ, ਕਥਾ ਕੀਰਤਨ ਕਰਦਿਆਂ, ਸੁਣਦਿਆਂ, ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਸੁੱਖਾਂ ਦਾ, ਖੁਸ਼ੀਆਂ ਦਾ, ਖੇੜਿਆਂ ਦਾ ਬਤੀਤ ਹੋਵੇ। ਇਹ ਅਰਦਾਸ, ਇਹ ਬੇਨਤੀ, ਇਹ ਜੋਦੜੀ ਗੁਰੂ ਚਰਨਾਂ ਵਿੱਚ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ